ਵੀਡੀਓ ਦੇਖ ਰਹੇ ਸਾਰੇ ਵਿਦਿਆਰਥੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਚੈਪਟਰ 6ਵਾਂ ਆਪਰੇਟਿੰਗ ਸਿਸਟਮ ਸ਼ੁਰੂ ਕਰਾਂਗੇ। ਇਸ ਚੈਪਟਰ ਦੇ ਵਿੱਚ ਆਪਰੇਟਿੰਗ ਸਿਸਟਮ ਦੀ ਪਰਿਭਾਸ਼ਾ, ਉਹਦੀਆਂ ਕਿਸਮਾਂ, ਡੌਸ ਅਤੇ ਵਿੰਡੋਜ਼ ਆਪਰੇਟਿੰਗ ਸਿਸਟਮ ਵਿੱਚ ਅੰਤਰ, ਲਿਨਕਸ ਅਤੇ ਕੰਪਿਊਟਰ ਸੁਰੱਖਿਆ ਬਾਰੇ ਪੜਾਂਗੇ। ਇੱਕ ਆਪਰੇਟਿੰਗ ਸਿਸਟਮ ਕੰਪਿਊਟਰ ਯੂਜ਼ਰ ਅਤੇ ਕੰਪਿਊਟਰ ਹਾਰਡਵੇਅਰ ਦੇ ਵਿਚਕਾਰ ਇੱਕ ਇੰਟਰਫੇਸ ਹੈ। ਹੁਣ ਇੰਟਰਫੇਸ ਕੀ ਹੁੰਦਾ? ਜਿਹੜਾ ਦੋ ਚੀਜ਼ਾਂ ਦੇ ਵਿਚਾਲੇ ਕੰਮ ਕਰਦਾ ਹੈ, ਉਹਨੂੰ ਇੰਟਰਫੇਸ ਕਹਿੰਦੇ ਹਨ। ਯੂਜ਼ਰ ਉਹ ਸ਼ਖਸ ਹੈ ਜਿਹੜਾ ਕਿ ਕੰਪਿਊਟਰ ਸਕਰੀਨ ਜਾਂ ਕੰਪਿਊਟਰ ਉੱਤੇ ਕੰਮ ਕਰ ਰਿਹਾ ਹੈ, ਜਿਹੜਾ ਕਮਾਂਡਸ ਦੇ ਰਿਹਾ ਹੈ, ਜਿਹਨੂੰ ਉਸਦੇ ਉੱਤੋਂ ਕੋਈ ਆਊਟਪੁੱਟ ਚਾਹੀਦੀ ਹੈ। ਐਂਡ ਕੰਪਿਊਟਰ ਹਾਰਡਵੇਅਰ ਜਿਹੜੀਆਂ ਕਿ ਤੁਹਾਡੀਆਂ ਚਿਪਸ, ਕੀਬੋਰਡਸ, ਮਾਊਸ, ਮੋਨੀਟਰ ਲੱਗਿਆ ਹੈ, ਇਹਨਾਂ ਦੇ ਵਿਚਾਲੇ ਕੀ ਕੰਮ ਕਰ ਰਿਹਾ ਹੈ? ਆਪਰੇਟਿੰਗ ਸਿਸਟਮ। ਇਹ ਇੱਕ ਸੌਫਟਵੇਅਰ ਹੈ ਜਿਹੜਾ ਕਿ ਤੁਹਾਨੂੰ ਤੁਹਾਡੇ ਹਾਰਡਵੇਅਰ ਦੀ ਚਲਾਉਣ ਦੀ ਮਦਦ ਕਰਦਾ ਹੈ। ਜਸਟ ਇਮੇਜਿਨ ਕਰੋ, ਸੋਚੋ ਕਿ ਤੁਹਾਡੇ ਕੋਲ ਫੋਨ ਹੈ, ਪਰ ਉਸ ਦੇ ਵਿੱਚ ਕੋਈ ਵੀ ਆਪਰੇਟਿੰਗ ਸਿਸਟਮ ਐਂਡਰੋਇਡ, iOS ਵਗੈਰਾ ਨਹੀਂ ਹੈ, ਤਾਂ ਕਿਵੇਂ ਚੱਲੇਗਾ? ਉਸ ਨੂੰ ਚਲਾਉਣ ਲਈ ਤੁਹਾਨੂੰ ਐਂਡਰੋਇਡ ਆਪਰੇਟਿੰਗ ਸਿਸਟਮ, iOS ਆਪਰੇਟਿੰਗ ਸਿਸਟਮ, ਬੜੂ ਵਗੈਰਾ ਚਾਹੀਦੇ ਹੋਣਗੇ। ਕੰਪਿਊਟਰ ਨੂੰ ਚਲਾਉਣ ਦੇ ਲਈ ਵੀ ਆਪਰੇਟਿੰਗ ਸਿਸਟਮ ਦੀ ਜ਼ਰੂਰਤ ਪੈਂਦੀ ਹੈ। ਇਹਨਾਂ ਦੀ ਇੱਕ ਐਗਜ਼ਾਮਪਲ ਹੈ ਲਿਨਕਸ, ਵਿੰਡੋਜ਼ ਜੋ ਤੁਸੀਂ ਆਮ ਯੂਜ਼ ਕਰਦੇ ਹੋ, OS X, VMS, OS 400, AIS, iOS ਵਗੈਰਾ। ਆਪਰੇਟਿੰਗ ਸਿਸਟਮ ਫਾਈਲ ਮੈਨੇਜਮੈਂਟ, ਮੈਮਰੀ ਮੈਨੇਜਮੈਂਟ, ਪ੍ਰੋਸੈਸ ਮੈਨੇਜਮੈਂਟ, ਇਨਪੁੱਟ ਤੇ ਆਉਟਪੁੱਟ ਨੂੰ ਸੰਭਾਲਦਾ ਹੈ। ਡਿਸਕ ਡਰਾਈਵ ਅਤੇ ਪ੍ਰਿੰਟਰ ਅਤੇ ਪ੍ਰਿੰਟ ਵਰਗੇ ਯੰਤਰਾਂ ਨੂੰ ਕੰਟਰੋਲ ਕਰਦਾ ਹੈ। ਇਹ ਸਾਰੀਆਂ ਚੀਜ਼ਾਂ ਨੂੰ ਦੇਖਦਾ ਹੈ। ਤੁਸੀਂ ਕੋਈ ਮੈਨੇਜਮੈਂਟ, ਫਾਈਲ ਮੈਨੇਜਮੈਂਟ ਕਰਨੀ ਹੈ, ਤੁਸੀਂ ਇੱਕ ਫਾਈਲ ਕਿਤੇ ਰੱਖੀ ਹੋਈ ਹੈ, ਉਸ ਨੂੰ ਪ੍ਰੋਸੈਸ ਕਰਨਾ ਹੈ, ਇਹ ਸਾਰਾ ਕੰਮ ਆਪਰੇਟਿੰਗ ਸਿਸਟਮ ਦਾ ਹੁੰਦਾ। ਆਪਰੇਟਿੰਗ ਸਿਸਟਮ ਦੀ ਪਰਿਭਾਸ਼ਾ, ਹੁਣ ਤੁਸੀਂ ਇਹ ਡਾਇਗਰਾਮ ਦੇਖੋਗੇ, ਇਸ ਦੇ ਵਿੱਚ ਆਪਰੇਟਿੰਗ ਸਿਸਟਮ ਬਾਰੇ ਦੱਸਿਆ ਹੈ। ਸਭ ਤੋਂ ਟੌਪ ਦੇ ਉੱਤੇ ਯੂਜ਼ਰ ਦਰਸਾਏ ਗਏ ਹਨ, ਕਿੰਨੇ ਵੀ ਯੂਜ਼ਰ ਹੋ ਸਕਦੇ ਹਨ 1 ਤੋਂ ਲੈ ਕੇ n ਤੱਕ। ਦੈਨ ਆਹ ਪਾਰਟ ਜੋ ਕਿ ਸੌਫਟਵੇਅਰ ਹੈ। ਹੁਣ ਸੌਫਟਵੇਅਰ ਦੇ ਵਿੱਚ ਦੋ ਤਰ੍ਹਾਂ ਦੇ ਸੌਫਟਵੇਅਰ ਹੁੰਦੇ ਹਨ, ਸਿਸਟਮ ਸੌਫਟਵੇਅਰ ਤੇ ਐਪਲੀਕੇਸ਼ਨ ਸੌਫਟਵੇਅਰ। ਬੇਸਿਕਲੀ ਯੂਜ਼ਰ ਅਤੇ ਹਾਰਡਵੇਅਰ ਦੇ ਵਿਚਾਲੇ ਜੋ ਕੰਮ ਕਰਦਾ ਹੈ ਉਹ ਤੁਹਾਡਾ ਆਪਰੇਟਿੰਗ ਸਿਸਟਮ ਜਾਂ ਸੌਫਟਵੇਅਰ ਹੈ। ਹਾਰਡਵੇਅਰ ਦੇ ਵਿੱਚ CPU, RAM, ਇਨਪੁੱਟ ਆਊਟਪੁੱਟ ਡਿਵਾਈਸਿਸ ਵਗੈਰਾ ਚੀਜ਼ਾਂ ਆਉਂਦੀਆਂ ਹਨ। ਬਟ ਜਦੋਂ ਯੂਜ਼ਰ ਇਹਨਾਂ ਨੂੰ ਕਮਾਂਡ ਦਿੰਦਾ ਹੈ ਤਾਂ ਵਿੰਡੋਜ਼ ਚੱਲਦੀਆਂ ਹਨ। ਵਿੰਡੋਜ਼ ਦੇ ਵਿੱਚ ਤੁਸੀਂ ਮਾਈਕਰੋਸਾਫਟ ਆਫਿਸ ਬਾਰੇ ਐਪਲੀਕੇਸ਼ਨ ਸੌਫਟਵੇਅਰ ਆ ਜਾਂਦੇ ਹਨ। ਇਹ ਮਿਲ ਕੇ ਇਸ ਨੂੰ ਇੰਟਰਫੇਸ ਕਰਨ ਦੇ ਵਿੱਚ ਹੈਲਪ ਕਰਦੇ ਹਨ। ਹੁਣ ਆਪਰੇਟਿੰਗ ਸਿਸਟਮ ਕਿਸ ਤਰ੍ਹਾਂ ਦੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ ਯੂਜ਼ਰ? ਇਹ ਪ੍ਰੋਗਰਾਮ ਨੂੰ ਲਾਗੂ ਕਰਨ ਲਈ ਵਾਤਾਵਰਣ ਪ੍ਰਦਾਨ ਕਰਦਾ ਹੈ। ਮਤਲਬ ਇੱਕ ਪਲੇਟਫਾਰਮ ਤਿਆਰ ਕਰਦਾ ਹੈ ਜਿਸ ਦੇ ਉੱਤੇ ਤੁਸੀਂ ਕੋਈ ਵੀ ਪ੍ਰੋਗਰਾਮ ਚਲਾਉਣਾ ਹੈ, ਲਾਗੂ ਕਰਨਾ ਹੈ। ਇਹ ਕੰਪਿਊਟਰ ਯੂਜ਼ਰ ਨੂੰ ਕੰਪਿਊਟਰ ਪ੍ਰੋਗਰਾਮ ਸੌਖੇ ਢੰਗ ਨਾਲ ਲਾਗੂ ਕਰਨ ਲਈ ਸੇਵਾ ਪ੍ਰਦਾਨ ਕਰਦਾ ਹੈ। ਮਤਲਬ ਉਸ ਨੂੰ ਹੋਰ ਕਿੰਨੀ ਆਸਾਨੀ ਨਾਲ ਚਲਾਇਆ ਜਾ ਸਕਦਾ ਹੈ। ਆਪਰੇਟਿੰਗ ਸਿਸਟਮ ਰਾਹੀਂ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਕੁਝ ਮੁੱਖ ਸੇਵਾਵਾਂ ਹੇਠ ਲਿਖੀਆਂ ਹਨ। ਪ੍ਰੋਗਰਾਮ ਐਗਜ਼ੀਕਿਊਸ਼ਨ, ਮਤਲਬ ਪ੍ਰੋਗਰਾਮ ਲਾਗੂ ਕਰਨਾ। ਇਨਪੁੱਟ ਆਊਟਪੁੱਟ ਆਪਰੇਸ਼ਨਸ, ਕਿਹੜੀ ਡਿਵਾਈਸ ਤੇ ਕਿਸ ਤਰ੍ਹਾਂ ਇਨਪੁੱਟ ਲੈਣੀ ਹੈ, ਕੀਬੋਰਡ ਤੋਂ ਇਨਪੁੱਟ ਲੈਣੀ ਹੈ, ਸਕਰੀਨ ਤੇ ਆਊਟਪੁੱਟ ਕਰਨੀ ਹੈ ਜਾਂ ਸਪੀਕਰ ਤੋਂ ਆਊਟਪੁੱਟ ਕਰਨੀ ਹੈ ਆਵਾਜ਼, ਇਹ ਵੀ ਸਾਰੀਆਂ ਦੇਖਦਾ ਹੈ। ਫਾਈਲ ਮੈਨੀਪੂਲੇਸ਼ਨ, ਮਤਲਬ ਕਿਸੇ ਫਾਈਲ ਨੂੰ ਸੇਵ ਕਰਨਾ, ਐਡਿਟ ਕਰਨਾ, ਇਹ ਵੀ ਸਾਰਾ ਕੰਮ ਆਪਰੇਟਿੰਗ ਸਿਸਟਮ ਦੀ ਹੈਲਪ ਨਾਲ ਹੁੰਦਾ ਹੈ। ਸੰਚਾਰ, ਇੱਕ ਕੰਪਿਊਟਰ ਤੋਂ ਦੂਜੇ ਕੰਪਿਊਟਰ ਨਾਲ ਕਮਿਊਨੀਕੇਟ ਕਰਨਾ। ਐਰਰ ਡਿਟੈਕਸ਼ਨ, ਗਲਤੀਆਂ ਲੱਭਣੀਆਂ ਕਿ ਕੋਈ ਸਿਸਟਮ ਦੇ ਵਿੱਚ ਗੜਬੜੀ ਤਾਂ ਨਹੀਂ ਹੈਗੀ। ਰਿਸੋਰਸ ਐਲੋਕੇਸ਼ਨ, ਮਤਲਬ ਤੁਹਾਡੀ ਮੈਮਰੀ ਨੂੰ ਕਿਵੇਂ ਐਲੋਕੇਟ ਕਰਕੇ ਰੱਖਣਾ ਹੈ, ਅਲੱਗ-ਅਲੱਗ ਹਿੱਸਿਆਂ ਵਿੱਚ ਕਿਵੇਂ ਵੰਡ ਕੇ ਰੱਖਣਾ ਹੈ। ਮੈਮਰੀ ਹੋ ਗਿਆ, ਸਟੋਰੇਜ ਕੈਪੈਸਿਟੀ ਹੋ ਗਿਆ, ਇਨਪੁੱਟ ਡਿਵਾਈਸਿਸ ਹੋ ਗਿਆ। ਸਭ ਤੋਂ ਜ਼ਰੂਰੀ ਚੀਜ਼ ਪ੍ਰੋਟੈਕਸ਼ਨ, ਤੁਹਾਡੇ ਡਾਟਾ ਜੋ ਵੀ ਤੁਸੀਂ ਸੇਵ ਕੀਤਾ ਹੈ, ਜੋ ਵੀ ਤੁਸੀਂ ਕੰਮ ਕਰ ਰਹੇ ਹੋ ਸਿਸਟਮ ਦੇ ਵਿੱਚ, ਉਹ ਸੇਵ ਹੈ, ਸੁਰੱਖਿਅਤ ਹੈ ਕਿ ਨਹੀਂ ਹੈ। ਦੈਨ ਪ੍ਰੋਗਰਾਮ ਐਗਜ਼ੀਕਿਊਸ਼ਨ ਕੀ ਹੁੰਦੀ ਹੈ? ਆਪਰੇਟਿੰਗ ਸਿਸਟਮ ਯੂਜ਼ਰ ਪ੍ਰੋਗਰਾਮ ਤੋਂ ਸਿਸਟਮ ਪ੍ਰੋਗਰਾਮ ਤੱਕ ਕਈ ਕਿਸਮਾਂ ਦੀਆਂ ਕਿਰਿਆਵਾਂ ਕਰਦਾ ਹੈ।
ਜਿਵੇਂ ਕਿ ਪ੍ਰਿੰਟ ਸਪੂਲਿੰਗ, ਜਦੋਂ ਤੁਸੀਂ ਪ੍ਰਿੰਟ ਕਮਾਂਡ ਦਿੰਦੇ ਹੋ ਤਾਂ ਉਹ ਕਿੰਨੇ ਹੀ ਹੋਰ ਯੂਜ਼ਰ ਤੋਂ ਵੀ ਆ ਸਕਦੀ ਹੈ, ਤਾਂ ਉਸ ਨੂੰ ਕਿਸ ਤਰ੍ਹਾਂ ਸਟੈਪ ਬਾਈ ਸਟੈਪ ਲਾਗੂ ਕਰਨਾ ਹੈ। ਨੇਮ ਸਰਵਰ, ਫਾਈਲ ਸਰਵਰ ਆਦਿ, ਇਹਨਾਂ ਸਾਰੀਆਂ ਕਿਰਿਆਵਾਂ ਨੂੰ ਇੱਕ ਪ੍ਰੋਸੈਸ ਮੰਨਿਆ ਜਾਂਦਾ ਹੈ। ਇੱਕ ਪ੍ਰੋਸੈਸ ਦਾ ਸੰਦਰਭ ਕਿਸੇ ਕਿਰਿਆ ਦੇ ਪੂਰੀ ਤਰ੍ਹਾਂ ਲਾਗੂ ਹੋਣ ਨਾਲ ਹੁੰਦਾ ਹੈ। ਯਾਦ ਰੱਖਿਓ, ਕੋਡ ਨੂੰ ਲਾਗੂ ਕਰਨਾ, ਡਾਟਾ ਨੂੰ ਮੈਨੀਪੂਲੇਟ ਕਰਨਾ, ਰਜਿਸਟਰ ਕਰਨਾ ਵਰਤੇ ਜਾਣ ਵਾਲੇ ਆਪਰੇਟਿੰਗ ਸਿਸਟਮ ਰਿਸੋਰਸਿਸ ਦੇ ਵਿੱਚ ਹੁੰਦੇ ਹਨ। ਪ੍ਰੋਗਰਾਮ ਮੈਨੇਜਮੈਂਟ ਨਾਲ ਸੰਬੰਧਿਤ ਆਪਰੇਟਿੰਗ ਸਿਸਟਮ ਰਾਹੀਂ ਕੀਤੀਆਂ ਜਾਣ ਵਾਲੀਆਂ ਮੁੱਖ ਕਿਰਿਆਵਾਂ ਕਿਹੜੀਆਂ ਹਨ? ਇੱਕ ਪ੍ਰੋਗਰਾਮ ਨੂੰ ਕੰਪਿਊਟਰ ਮੈਮਰੀ ਵਿੱਚ ਲੋਡ ਕਰਨਾ। ਜਦੋਂ ਤੁਸੀਂ ਮਾਈਕਰੋਸਾਫਟ ਆਫਿਸ ਲੋਡ ਕਰਨਾ ਹੈ, ਚਲਾਉਣਾ ਹੈ, ਤਾਂ ਉਸ ਨੂੰ ਕਿਸ ਤਰ੍ਹਾਂ ਨਾਲ ਐਗਜ਼ੀਕਿਊਟ ਕਰਨਾ ਹੈ। ਪ੍ਰੋਗਰਾਮ ਨੂੰ ਲਾਗੂ ਕਰਨਾ, ਉਸ ਨੂੰ ਕਿਸ ਤਰ੍ਹਾਂ ਨਾਲ ਅੱਗੇ ਲਾਗੂ ਕਰਨਾ ਯੂਜ਼ਰ ਦੇ ਲਈ। ਕੰਟਰੋਲ ਕਰਨ ਦੀ ਕਿਰਿਆ, ਸਿੰਕ ਕਰਨਾ ਉਸ ਪ੍ਰੋਗਰਾਮ ਨੂੰ, ਕਿਸ ਤਰ੍ਹਾਂ ਕਿੰਨਾ ਤੁਸੀਂ ਪ੍ਰੋਗਰਾਮ ਸੇਵ ਕੀਤਾ ਸੀ ਔਰ ਕਿਸ ਸਟੈਪ ਬਾਈ ਸਟੈਪ ਕਿਵੇਂ ਉਹਨੂੰ ਸੇਵ ਹੋ ਅੱਗੇ ਕਰਨਾ। ਪ੍ਰੋਸੈਸ ਕਮਿਊਨੀਕੇਸ਼ਨ ਅਤੇ ਯੋਗ ਪ੍ਰਣਾਲੀ ਮੁਹੱਈਆ ਕਰਨੀ। ਡੈਡਲੌਕ ਹੈਂਡਲਿੰਗ, ਡੈਡਲੌਕ ਹੈਂਡਲਿੰਗ ਤੁਹਾਡਾ ਸਿਸਟਮ ਬਹੁਤ ਜ਼ਿਆਦਾ ਓਵਰਲੋਡ ਹੋ ਗਿਆ ਹੈ ਜਾਂ ਕੰਜਸਟਡ ਹੋ ਗਿਆ ਹੈ, ਬਹੁਤ ਸਾਰੀਆਂ ਕਮਾਂਡਸ ਇੱਕੋ ਟਾਈਮ ਤੇ ਦਿੱਤੀਆਂ ਗਈਆਂ ਹਨ ਤੇ ਉਸ ਨੂੰ ਕਿਵੇਂ ਸਟੈਪ ਬਾਈ ਸਟੈਪ ਉਹਨੂੰ ਬੈਚ ਰਾਹੀਂ ਮੁਹੱਈਆ ਆਉਟਪੁੱਟ ਕਰਨੀ ਹੈ। ਦੈਨ ਇਨਪੁਟ ਆਉਟਪੁੱਟ ਆਪਰੇਸ਼ਨਸ, ਇਨਪੁਟ ਆਉਟਪੁੱਟ ਆਪਰੇਸ਼ਨਸ ਦੇ ਵਿੱਚ ਤੁਹਾਡੀਆਂ ਡਿਵਾਈਸਿਸ ਜਿੰਨੀਆਂ ਵੀ ਜੁੜੀਆਂ ਹੋਈਆਂ ਹਨ, ਜਿੰਨੇ ਵੀ ਯੰਤਰ ਜੁੜੇ ਹੋਏ ਹਨ, ਸਪੀਕਰ, ਸਕੈਨਰ, ਕੀਬੋਰਡ, ਪ੍ਰਿੰਟਰ, ਇਹਨਾਂ ਸਾਰਿਆਂ ਨੂੰ ਕਿਵੇਂ ਕੰਟਰੋਲ ਕਰਨਾ ਹੈ। ਮੋਨੀਟਰ ਦੇ ਉੱਤੇ ਸਿਰਫ ਵਿਜ਼ੂਅਲ ਗ੍ਰਾਫਿਕ ਯੂਜ਼ਰ ਇੰਟਰਫੇਸ ਜੋ ਹੁੰਦਾ ਹੈ, ਜਿਸ ਨੂੰ ਕਹਿੰਦੇ ਹਨ, ਮਤਲਬ ਤੁਹਾਨੂੰ ਸਕਰੀਨ ਤੇ ਚੱਲ ਰਿਹਾ ਸਾਰਾ ਡਾਟਾ ਦਿਖੇਗਾ। ਆਵਾਜ਼ ਦੇ ਲਈ ਤੁਹਾਨੂੰ ਸਪੀਕਰ ਚਾਹੀਦੇ ਹੁੰਦੇ ਹਨ, ਉਸ ਨੂੰ ਕਿਵੇਂ ਕੰਟਰੋਲ ਕਰਨਾ ਹੈ। ਸਕੈਨਿੰਗ ਡਿਵਾਈਸਿਸ, ਪ੍ਰਿੰਟਰ ਕਿਵੇਂ ਕਰਨਾ ਹੈ, ਇਹ ਸਾਰਾ ਇਸ ਦੇ ਵਿੱਚ ਆਉਂਦਾ ਹੈ। ਫਾਈਲ ਸਿਸਟਮ ਨੂੰ ਮੈਨੀਪੂਲੇਟ ਕਰਨਾ। ਹੁਣ ਫਾਈਲ ਸਿਸਟਮ ਨੂੰ ਮੈਨੀਪੂਲੇਟ ਕਰਨ ਤੋਂ ਭਾਵ ਹੈ ਕਿ ਵੱਖ-ਵੱਖ ਤਰ੍ਹਾਂ ਦੇ ਫਾਈਲ ਆਪਰੇਸ਼ਨ, ਜਿਵੇਂ ਕਿ ਡਿਲੀਟ, ਕਾਪੀ, ਮੂਵ, ਤੁਸੀਂ ਫਾਈਲ ਕਿਤੇ ਹੋਰ ਲੈ ਕੇ ਜਾਣੀ ਹੈ, ਮਤਲਬ ਇੱਕ ਜਗ੍ਹਾ ਤੋਂ ਹਟਾ ਕੇ ਦੂਜੀ ਜਗ੍ਹਾ ਲੈ ਕੇ ਜਾਣੀ ਹੈ, ਇਸ ਨੂੰ ਮੂਵ ਕਹਿੰਦੇ ਹਨ। ਕਾਪੀ ਮਤਲਬ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਸੇਮ ਫਾਈਲ ਕਾਪੀ ਕਰਨੀ ਹੈ। ਇਹ ਸਾਰੀਆਂ ਫਾਈਲ ਮੈਨੀਪੂਲੇਸ਼ਨ ਚ ਆਉਂਦੀਆਂ ਹਨ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਇੱਕ ਫਾਈਲ ਸੰਬੰਧੀ ਸੂਚਨਾ ਦਾ ਸੰਗ੍ਰਹਿ ਹੁੰਦੀ ਹੈ। ਕੰਪਿਊਟਰ ਲੰਮੇ ਸਮੇਂ ਤੱਕ ਸਟੋਰ ਕਰਨ ਲਈ ਫਾਈਲ ਨੂੰ ਡਿਸਕ ਮਤਲਬ ਸੈਕੰਡਰੀ ਸਟੋਰੇਜ ਡਿਵਾਈਸਿਸ ਜੋ ਆਪਾਂ ਪੜ੍ਹਿਆ ਹੈ ਤੇ ਸਟੋਰ ਕਰਦਾ ਹੈ। ਇਹਨਾਂ ਸਟੋਰੇਜ ਮੀਡੀਆ ਦੀਆਂ ਉਦਾਹਰਨਾਂ ਹਨ ਮੈਗਨੈਟਿਕ ਟੇਪ, ਮੈਗਨੈਟਿਕ ਡਿਸਕ ਅਤੇ ਆਪਟੀਕਲ ਡਿਸਕ, CD ਵਗੈਰਾ। ਇਹਨਾਂ ਦੀਆਂ ਆਪਦੀਆਂ ਵਿਸ਼ੇਸ਼ਤਾਵਾਂ ਹੁੰਦੀਆਂ ਹਨ ਅਤੇ ਇਹਨਾਂ ਨੂੰ ਫਾਈਲ ਟ੍ਰਾਂਸਫਰ ਦੇ ਵਿੱਚ ਆਸਾਨੀ ਹੁੰਦੀ ਹੈ। ਇੱਕ ਫਾਈਲ ਸਿਸਟਮ ਨੂੰ ਆਸਾਨੀ ਨਾਲ ਵਰਤਣ ਅਤੇ ਨੈਵੀਗੇਟ ਕਰਨਾ, ਨੈਵੀਗੇਟ ਮਤਲਬ ਉਹਨਾਂ ਨੂੰ ਲੱਭਣਾ ਲਈ ਆਮ ਤੌਰ ਤੇ ਡਾਇਰੈਕਟਰੀਆਂ ਵਿੱਚ ਰੱਖਿਆ ਜਾਂਦਾ ਹੈ। ਹੁਣ ਤੁਸੀਂ ਆਪਦੇ ਨਾਂ ਦਾ ਇੱਕ ਫੋਲਡਰ ਬਣਾਉਂਦੇ ਹੋ, ਉਸ ਨੂੰ ਇੱਕ ਡਾਇਰੈਕਟਰੀ ਕਹਿੰਦੇ ਹਨ। ਉਸ ਦੇ ਅੰਦਰ ਆਪਦੀ ਫਾਈਲ ਸੇਵ ਕਰਕੇ ਰੱਖਦੇ ਹੋ, ਫਿਰ ਉਸ ਦੇ ਅੰਦਰ ਇੱਕ ਫੇਰ ਹੋਰ ਫੋਲਡਰ ਬਣਾਉਂਦੇ ਹੋ, ਸਬ ਡਾਇਰੈਕਟਰੀ ਬਣ ਜਾਂਦੀ ਹੈ। ਕਿਸੇ ਫਾਈਲ ਨੂੰ ਰੀਡ ਜਾਂ ਰਾਈਟ ਕਰਨਾ, ਮਤਲਬ ਉਸ ਫਾਈਲ ਨੂੰ ਤੁਸੀਂ ਓਪਨ ਕਰਕੇ ਦੇਖਣਾ, ਪੜ੍ਹਨਾ, ਉਸ ਨੂੰ ਹੋਰ ਐਡਿਟ ਕਰਨਾ। ਆਪਰੇਟਿੰਗ ਸਿਸਟਮ ਕਿਸੇ ਪ੍ਰੋਗਰਾਮ ਨੂੰ ਫਾਈਲ ਉੱਤੇ ਕੰਮ ਕਰਨ ਦੀ ਆਗਿਆ ਦਿੰਦਾ ਹੈ। ਇਹ ਆਗਿਆ ਰੀਡ ਓਨਲੀ, ਰੀਡ ਰਾਈਟ, ਡਿਨਾਈ ਕਰਨਾ। ਹੁਣ ਤੁਹਾਡੇ ਫਾਈਲ ਸਿਸਟਮ ਦੇ ਵਿੱਚ ਇੱਕ ਵਿਸ਼ੇਸ਼ਤਾ ਹੋਰ ਹੁੰਦੀ ਹੈ ਜੋ ਆਪਰੇਟਿੰਗ ਸਿਸਟਮ ਦਿੰਦਾ ਹੈ ਕਿ ਯੂਜ਼ਰ ਇੱਕ ਰਾਈਟ ਦੇ ਸਕਦਾ ਹੈ ਜੇ ਕਿਸੇ ਨੂੰ ਫਾਈਲ ਭੇਜਣੀ ਹੈ, ਤਾਂ ਕਿ ਨੈਕਸਟ ਪਰਸਨ ਜਾਂ ਨੈਕਸਟ ਯੂਜ਼ਰ ਸਿਰਫ ਇਸ ਨੂੰ ਰੀਡ ਹੀ ਕਰ ਸਕੇ, ਰਾਈਟ ਨਾ ਕਰ ਸਕੇ। ਰੀਡ ਰਾਈਟ ਮਤਲਬ ਰੀਡ ਵੀ ਕਰ ਸਕੇ, ਐਡਿਟ ਵੀ ਕਰ ਸਕੇ। ਡਿਨਾਈ ਮਤਲਬ ਇਸ ਨੂੰ ਦੇਖ ਹੀ ਨਾ ਸਕੇ। ਆਪਰੇਟਿੰਗ ਸਿਸਟਮ ਕਿਸੇ ਯੂਜ਼ਰ ਨੂੰ ਫਾਈਲ ਕ੍ਰੀਏਟ ਜਾਂ ਡਿਲੀਟ ਕਰਨ ਦਾ ਇੰਟਰਫੇਸ ਪ੍ਰਦਾਨ ਕਰਦਾ ਹੈ। ਹਮੇਸ਼ਾ ਯਾਦ ਰੱਖਿਓ, ਆਪਰੇਟਿੰਗ ਸਿਸਟਮ ਫਾਈਲਾਂ ਦਾ ਬੈਕਅਪ ਵੀ ਕ੍ਰੀਏਟ ਕਰਦਾ। ਸੰਚਾਰ, ਕਮਿਊਨੀਕੇਟ ਕਰਨਾ ਇੱਕ ਸਿਸਟਮ ਤੋਂ ਦੂਜੇ ਸਿਸਟਮ ਨਾਲ। ਡਿਸਟ੍ਰੀਬਿਊਟਡ ਸਿਸਟਮ ਮਤਲਬ ਤੁਹਾਡੇ ਸਿਸਟਮ ਅਲੱਗ-ਅਲੱਗ ਇੱਕ ਹੀ ਜਗ੍ਹਾ ਤੇ ਇੱਕ ਹੀ ਲੈਬ ਦੇ ਵਿੱਚ ਅਲੱਗ-ਅਲੱਗ ਸਿਸਟਮ ਪਏ ਹਨ ਜਾਂ ਇੱਕ ਲੋਕੇਸ਼ਨ ਇੱਕ ਸਕੂਲ ਦੂਜੇ ਸਕੂਲ ਨਾਲ। ਇਹ ਸਾਰਾ ਨੈਟਵਰਕਿੰਗ ਦੇ ਥਰੂ ਹੁੰਦਾ ਹੈ ਔਰ ਨੈਟਵਰਕਸ ਦੇ ਨੈਟਵਰਕ ਨੂੰ ਆਪਾਂ ਕੀ ਕਹਿੰਦੇ ਹਾਂ? ਇੰਟਰਨੈਟ, ਜੋ ਸਾਰੀ ਦੁਨੀਆ ਦੇ ਵਿੱਚ ਤੁਸੀਂ ਅੱਜਕੱਲ ਆਪਣੀ ਡਿਵਾਈਸ ਤੇ ਯੂਜ਼ ਕਰਦੇ ਹੋ। ਆਪਰੇਟਿੰਗ ਸਿਸਟਮ ਰੂਟਿੰਗ ਅਤੇ ਕਨੈਕਸ਼ਨ ਸਟੈਬਲਾਈਜ਼ ਨੂੰ ਕੰਟਰੋਲ ਕਰਦਾ ਹੈ। ਹੁਣ ਜਿਹੜੀ ਸਟ੍ਰੈਟਜੀ ਹੈ ਇਸ ਨੂੰ ਕਿਵੇਂ ਕੰਟਰੋਲ ਕਰਨਾ ਹੈ, ਕਨੈਕਸ਼ਨ ਅਤੇ ਸੁਰੱਖਿਆ ਸੰਬੰਧ ਕਿਵੇਂ ਉਹਨੂੰ ਹੋਰ ਸਿਕਿਉਰਿਟੀ ਪ੍ਰਦਾਨ ਕਰਨੀ ਹੈ ਜਦੋਂ ਤੁਸੀਂ ਨੈਟਵਰਕ ਨਾਲ ਜੁੜੇ ਹੋਏ ਹਨ। ਦੋ ਪ੍ਰੋਸੈਸਾਂ ਨੂੰ ਉਹਨਾਂ ਦੇ ਵਿਚਕਾਰ ਟ੍ਰਾਂਸਫਰ ਹੋਣ ਵਾਲੇ ਡਾਟਾ ਦੀ ਅਕਸਰ ਜ਼ਰੂਰਤ ਪੈਂਦੀ ਹੈ।
ਹੁਣ ਦੋ ਪ੍ਰੋਸੈਸ ਚੱਲ ਰਹੇ ਹਨ, ਦੋ ਪੀਸੀ ਚੱਲ ਰਹੇ ਹਨ ਜਾਂ ਫਾਈਲ ਸ਼ੇਅਰਿੰਗ ਹੋ ਰਹੀ ਹੈ ਤਾਂ ਨੈਟਵਰਕ ਦੀ ਅਕਸਰ ਜ਼ਰੂਰਤ ਪੈਂਦੀ ਹੈ। ਫਾਈਲ ਟ੍ਰਾਂਸਫਰ ਕਰਨੀ ਹੀ ਹੈ ਤੁਸੀਂ ਇੱਕ ਜਗ੍ਹਾ ਦੂਜੀ ਜਗ੍ਹਾ। ਇਹਨਾਂ ਦੋਨਾਂ ਦੇ ਪ੍ਰੋਸੈਸ ਇੱਕ ਕੰਪਿਊਟਰ ਤੋਂ ਜਾਂ ਵੱਖਰੇ ਵੱਖਰੇ ਕੰਪਿਊਟਰ ਹੋ ਸਕਦੇ ਹਨ ਜਿਨ੍ਹਾਂ ਨੂੰ ਨੈਟਵਰਕ ਰਾਹੀਂ ਆਪਸ ਵਿੱਚ ਜੋੜੇ ਹੁੰਦੇ ਹਨ। ਇਸ ਵਿੱਚ ਮੈਮਰੀ ਸ਼ੇਅਰ ਕਰਨੀ, ਮੈਸੇਜ ਪਾਸਿੰਗ, ਇਹ ਸਾਰਾ ਇਹਨਾਂ ਰਾਹੀਂ ਹੁੰਦਾ ਹੈ। ਦੈਨ ਐਰਰ ਡਿਟੈਕਸ਼ਨ, ਗਲਤੀਆਂ ਲੱਭਣੀਆਂ। ਗਲਤੀਆਂ ਕਿਸੇ ਵੀ ਸਮੇਂ ਅਤੇ ਕਿਸੇ ਵੀ ਥਾਂ ਤੇ ਹੋ ਸਕਦੀਆਂ ਹਨ। ਹਮੇਸ਼ਾ ਯਾਦ ਰੱਖਿਓ, ਆਪਰੇਟਿੰਗ ਸਿਸਟਮ ਸਿਰਫ ਇੱਕ ਮਸ਼ੀਨ ਹੈ ਜਾਂ ਕੰਪਿਊਟਰ ਐਜ਼ ਅ ਹਾਰਡਵੇਅਰ ਇੱਕ ਮਸ਼ੀਨ ਹੈ ਜੋ ਆਪਰੇਟਿੰਗ ਸਿਸਟਮ ਦੇ ਰਾਹੀਂ ਇੱਕ ਯੂਜ਼ਰ ਚਲਾਉਂਦਾ ਹੈ। ਇਹ ਉਸੇ ਤਰ੍ਹਾਂ ਚੱਲੇਗਾ ਜਿਸ ਤਰ੍ਹਾਂ ਯੂਜ਼ਰ ਇਸ ਨੂੰ ਚੱਲਣ ਦੀ ਆਗਿਆ ਦੇਵੇਗਾ ਜਾਂ ਜੋ ਯੂਜ਼ਰ ਇਸ ਦੇ ਵਿੱਚ ਕੋਡ ਭਰੇਗਾ। ਇਸੇ ਕਾਰਨ ਜਿਵੇਂ ਯੂਜ਼ਰ ਤੋਂ ਕੁਝ ਕੋਡ ਗਲਤ ਹੋ ਗਿਆ, ਇਨਪੁਟ ਆਊਟਪੁੱਟ ਯੰਤਰ ਜਾਂ ਕੰਪਿਊਟਰ ਹਾਰਡਵੇਅਰ ਮੈਮਰੀ ਵਿੱਚ ਕੋਈ ਗਲਤੀ ਹੋ ਸਕਦੀ ਹੈ, ਇਸ ਦੀਆਂ ਕਮਾਂਡਸ ਗਲਤ ਹੋ ਗਈਆਂ, ਐਰਰ ਹੈਂਡਲਿੰਗ, ਫਾਈਲ ਨਹੀਂ ਚੱਲ ਰਹੀ ਹੈ, ਇਹ ਸਾਰੀ ਆਪਰੇਟਿੰਗ ਸਿਸਟਮ ਗਲਤੀਆਂ ਲੱਭਣ ਵਿੱਚ ਹੈਲਪ ਕਰਦਾ ਹੈ। ਰਿਸੋਰਸ ਮੈਨੇਜਮੈਂਟ, ਮਲਟੀ ਯੂਜ਼ਰ ਜਾਂ ਮਲਟੀ ਟਾਸਕਿੰਗ ਵਾਤਾਵਰਣ, ਮਲਟੀ ਯੂਜ਼ਰ ਇੱਕ ਹੀ ਫਾਈਲ ਤੇ ਇੱਕ ਹੀ ਡਾਟਾ ਤੇ ਹੋਰ ਕਈ ਯੂਜ਼ਰ ਕੰਮ ਕਰ ਰਹੇ ਹਨ, ਜਾਂ ਮਲਟੀ ਟਾਸਕਿੰਗ ਇੱਕ ਹੀ ਟਾਈਮ ਤੇ ਕਰ ਰਹੇ ਹਨ। ਇੱਕ ਹੀ ਟਾਈਮ ਤੇ ਇੱਕ ਯੂਜ਼ਰ ਕਾਫੀ ਫਾਈਲਾਂ ਤੇ ਕੰਮ ਕਰ ਸਕਦਾ ਹੈ। ਵਿੱਚ ਉਪਲਬਧ ਰਿਸੋਰਸ ਕਿਵੇਂ ਮੁੱਖ ਮੈਮਰੀ ਮੇਨ ਮੈਮਰੀ ਤੋਂ CPU ਸਾਈਕਲ ਅਤੇ ਫਾਈਲ ਸਟੋਰੇਜ ਆਦਿ ਨੂੰ ਹਰੇਕ ਯੂਜ਼ਰ ਜਾਂ ਜੌਬ ਵਿੱਚ ਵੰਡਿਆ ਜਾਂਦਾ ਹੈ। ਰਿਸੋਰਸ ਮੈਨੇਜਮੈਂਟ ਦੇ ਸੰਬੰਧ ਵਿੱਚ ਆਪਰੇਟਿੰਗ ਸਿਸਟਮ ਰਾਹੀਂ ਹੇਠ ਲਿਖੇ ਅਨੁਸਾਰ ਕਿਰਿਆਵਾਂ ਕੀਤੀਆਂ ਜਾਂਦੀਆਂ ਹਨ। ਆਪਰੇਟਿੰਗ ਸਿਸਟਮ ਰਿਸੋਰਸ ਮੈਨੇਜਮੈਂਟ ਦੇ ਤੌਰ ਤੇ ਕੰਮ ਕਰਦਾ ਹੈ। ਆਪਰੇਟਿੰਗ ਸਿਸਟਮ ਹਰ ਕਿਸਮ ਦੇ ਪ੍ਰੋਸੈਸ ਦਾ ਪ੍ਰਬੰਧ ਸ਼ਡਿਊਲਰ ਦੀ ਵਰਤੋਂ ਕਰਦਾ ਹੈ। CPU ਦੀ ਵਧੀਆ ਵਰਤੋਂ ਲਈ CPU ਸ਼ਡਿਊਲਰ ਐਲਗੋਰਿਥਮ ਵਰਤੀਆਂ ਜਾਂਦੀਆਂ ਹਨ, ਇੱਕ ਸਪੈਸ਼ਲ ਸਟੈਪਸ ਵਰਤੇ ਜਾਂਦੇ ਹਨ ਤਾਂ ਕਿ ਪ੍ਰੋਸੈਸ ਨੂੰ ਰਿਸੋਰਸ ਨੂੰ ਮੈਨੇਜ ਕੀਤਾ ਜਾ ਸਕੇ। ਪ੍ਰੋਟੈਕਸ਼ਨ, ਸੁਰੱਖਿਆ, ਇੱਕ ਕੰਪਿਊਟਰ ਸਿਸਟਮ ਜਿਸ ਦੇ ਮਲਟੀਪਲ ਯੂਜ਼ਰ ਹੁੰਦੇ ਹਨ, ਇੱਕ ਹੀ ਪੀਸੀ ਦੇ ਵਿੱਚ ਅਲੱਗ-ਅਲੱਗ ਯੂਜ਼ਰ ਬਣ ਸਕਦੇ ਹਨ ਤੇ ਉਸ ਨੂੰ ਅਲੱਗ-ਅਲੱਗ ਲੌਗਇਨ ਆਈਡੀਜ਼ ਵੀ ਮਿਲ ਜਾਂਦੀਆਂ ਹਨ ਇੱਕ ਹੀ ਕੰਪਿਊਟਰ ਤੇ, ਯੂਜ਼ਰ 1 ਯੂਜ਼ਰ 2। ਹੁਣ ਇੱਕ ਹੀ ਕੰਪਿਊਟਰ ਦੇ ਡਾਟਾ ਨੂੰ ਅਲੱਗ-ਅਲੱਗ ਯੂਜ਼ਰ ਤੋਂ ਕਿਵੇਂ ਬਚਾਇਆ ਜਾਵੇ, ਪ੍ਰੋਟੈਕਸ਼ਨ। ਜਾਂ ਮਲਟੀਪਲ ਕੰਪਿਊਟਰ ਜਦੋਂ ਕਨੈਕਟ ਹੁੰਦੇ ਹਨ ਤਾਂ ਉਸ ਦੀ ਪ੍ਰੋਟੈਕਸ਼ਨ ਕਿਵੇਂ ਹੋਣੀ ਚਾਹੀਦੀ ਹੈ, ਇਹ ਸਾਰੀ ਵੀ ਆਪਰੇਟਿੰਗ ਸਿਸਟਮ ਪ੍ਰਦਾਨ ਕਰਦਾ ਹੈ। ਸੁਰੱਖਿਆ ਦਾ ਮਤਲਬ ਇੱਕ ਕੰਪਿਊਟਰ ਯੂਜ਼ਰ ਨੂੰ ਅਜਿਹਾ ਮੈਕੈਨਿਜ਼ਮ ਮੁਹੱਈਆ ਕਰਵਾਉਣਾ ਹੈ, ਉਹ ਸਟੈਪ ਮੁਹੱਈਆ ਕਰਾਉਣੇ ਹਨ ਜੋ ਕਿ ਕੰਪਿਊਟਰ ਸਿਸਟਮ ਰਾਹੀਂ ਪਰਿਭਾਸ਼ਿਤ ਕੀਤੇ ਗਏ ਰਿਸੋਰਸਸ, ਪ੍ਰੋਸੈਸਸ ਅਤੇ ਪ੍ਰੋਗਰਾਮ ਦੀ ਪਹੁੰਚ ਨੂੰ ਨਿਯੰਤਰ ਕਰ ਸਕਣ। ਸੁਰੱਖਿਆ ਦੇ ਸੰਬੰਧ ਵਿੱਚ ਆਪਰੇਟਿੰਗ ਸਿਸਟਮ ਰਾਹੀਂ ਹੇਠ ਲਿਖੇ ਅਨੁਸਾਰ ਕਿਰਿਆਵਾਂ ਹੁੰਦੀਆਂ ਹਨ। ਕਿਹੜੀਆਂ? ਆਪਰੇਟਿੰਗ ਸਿਸਟਮ ਇਹ ਯਕੀਨੀ ਬਣਾਉਂਦਾ ਹੈ ਕਿ ਸਿਸਟਮ ਰਿਸੋਰਸਸ ਦੀ ਪਹੁੰਚ ਤੇ ਕੰਟਰੋਲ ਵਿੱਚ ਹੈ, ਸਾਰਾ ਕੁਝ ਜਿੰਨੀਆਂ ਉਹਦੀਆਂ ਰਿਸੋਰਸਸ ਉਹਦੇ ਵਿੱਚ ਸ਼ਾਮਿਲ ਹਨ ਉਹਦੀ ਪਹੁੰਚ ਵਿੱਚ ਹੈ, ਬਾਹਰ ਨਹੀਂ ਹਨ। ਆਪਰੇਟਿੰਗ ਸਿਸਟਮ ਇਹ ਯਕੀਨੀ ਬਣਾਉਂਦਾ ਹੈ ਕਿ ਸਾਰੇ ਬਾਹਰੀ ਇਨਪੁਟ ਆਊਟਪੁੱਟ ਯੰਤਰ ਕੀਬੋਰਡ, ਮਾਊਸ, ਸਕਰੀਨ ਅਵੈਧ ਪਹੁੰਚ ਦੀ ਕੋਸ਼ਿਸ਼ ਤੋਂ ਬਾਹਰ ਹਨ, ਕਿ ਇਹ ਕਿਸੇ ਹੋਰ ਦੇ ਕੰਟਰੋਲ 'ਚ ਨਹੀਂ ਹਨ। ਜਿੰਨੇ ਵੀ ਬਾਹਰੋਂ ਕੰਟਰੋਲ ਆ ਰਹੇ ਨੇ ਦੂਰੋਂ, ਆਪਰੇਟਿੰਗ ਸਿਸਟਮ ਹਰ ਯੂਜ਼ਰ ਨੂੰ ਆਥੋਰਾਈਜ਼ਡ ਪ੍ਰਮਾਣ ਕਰਕੇ ਪਾਸਵਰਡ ਦੀ ਵਿਸ਼ੇਸ਼ਤਾ ਸਹੂਲਤ ਕਰਵਾਉਂਦਾ ਹੈ। ਆਪਰੇਟਿੰਗ ਸਿਸਟਮ ਦੀਆਂ ਕਿਸਮਾਂ, ਕਿੰਨੇ ਤਰ੍ਹਾਂ ਦਾ ਆਪਰੇਟਿੰਗ ਸਿਸਟਮ ਹੁੰਦਾ ਹੈ? ਆਪਰੇਟਿੰਗ ਸਿਸਟਮ ਪਹਿਲੀ ਕੰਪਿਊਟਰ ਜਨਰੇਸ਼ਨ ਤੋਂ ਹੋਂਦ ਵਿੱਚ ਹਨ। ਆਪਰੇਟਿੰਗ ਸਿਸਟਮ ਕੀ ਹਨ? ਪਹਿਲੀ ਜਨਰੇਸ਼ਨ ਤੋਂ ਲੈ ਕੇ ਹਾਰਡਵੇਅਰ ਨੂੰ ਚਲਾਉਣ ਦੇ ਲਈ ਕੁਝ ਨਾ ਕੁਝ ਸੌਫਟਵੇਅਰ ਜੋ ਵਰਤਿਆ ਜਾਂਦਾ ਹੈ ਉਸ ਨੂੰ ਆਪਰੇਟਿੰਗ ਸਿਸਟਮ ਕਹਿੰਦੇ ਹਨ। ਸੋ ਇਹ ਪਹਿਲੀ ਜਨਰੇਸ਼ਨ ਤੋਂ ਹੀ ਹੋਂਦ ਵਿੱਚ ਹਨ ਅਤੇ ਸਮੇਂ-ਸਮੇਂ ਦੌਰਾਨ ਵਿਕਸਿਤ ਹੁੰਦੇ ਰਹੇ ਹਨ। ਕਿਸ ਤਰ੍ਹਾਂ ਦੇ? ਪਹਿਲਾ, ਬੈਚ ਆਪਰੇਟਿੰਗ ਸਿਸਟਮ। ਬੈਚ ਆਪਰੇਟਿੰਗ ਸਿਸਟਮ ਅਧੀਨ ਇੱਕ ਯੂਜ਼ਰ ਸਿੱਧੇ ਤੌਰ ਤੇ ਕੰਪਿਊਟਰ ਨਾਲ ਜੁੜਿਆ ਨਹੀਂ ਹੁੰਦਾ। ਇੱਕ ਹੀ ਯੂਜ਼ਰ ਜੋ ਆਪਣੀ ਫਾਈਲ ਤੇ ਹਾਰਡਵੇਅਰ ਤੇ ਕੰਮ ਕਰਦਾ ਸਿੱਧੇ ਤਰੀਕੇ ਨਾਲ ਜੁੜਿਆ ਨਹੀਂ ਹੁੰਦਾ। ਹਰੇਕ ਯੂਜ਼ਰ ਆਪਣੇ ਕੰਮ ਨੂੰ ਆਫਲਾਈਨ ਯੰਤਰ ਵਿੱਚ ਜਿਵੇਂ ਕਿ ਪੰਚ ਕਾਰਡ ਤੇ ਤਿਆਰ ਕਰਦਾ ਹੈ। ਜੋ ਸਿਸਟਮ ਨੂੰ ਤੁਸੀਂ ਜੌਬ ਦੇਣੀ ਹੈ ਉਸ ਤੇ ਪੰਚ ਕਾਰਡ ਤਿਆਰ ਹੁੰਦੇ ਹਨ। ਪੰਚ ਕਾਰਡ ਇੱਕ ਤਰ੍ਹਾਂ ਦੀ ਇਨਪੁਟ ਤੇ ਆਊਟਪੁੱਟ ਡਿਵਾਈਸ ਹੁੰਦੀ ਸੀ ਜਿਸ ਦੇ ਵਿੱਚ ਹੋਲਸ ਕੀਤੀਆਂ ਜਾਂਦੀਆਂ ਹਨ 0 and 1 ਦੀਆਂ ਕੋਡਿੰਗ ਦੀਆਂ, ਜੋ ਕਿ ਮਸ਼ੀਨ ਲੈਂਗੁਏਜ ਨੂੰ ਸਮਝਿਆ ਜਾਂਦਾ ਸੀ। ਇਸ ਨੂੰ ਕੰਪਿਊਟਰ ਆਪਰੇਟਿੰਗ ਕੋਡ ਜਮ੍ਹਾਂ ਕਰਵਾਇਆ ਜਾਂਦਾ ਸੀ। ਇਸ ਕੰਮ ਨੂੰ ਤੇਜ਼ੀ ਨਾਲ ਕਰਨ ਲਈ ਇੱਕੋ ਕਿਸਮ ਦੇ ਕੰਮ ਨੂੰ ਇਕੱਠਾ ਕਰ ਲਿਆ ਜਾਂਦਾ ਸੀ।
ਅਤੇ ਉਸ ਵਿੱਚ ਗਰੁੱਪ ਦੇ ਵਿੱਚ ਚਲਾਇਆ ਜਾਂਦਾ ਹੈ। ਉਸ ਨੂੰ ਕਹਿੰਦੇ ਸੀ ਬੈਚ ਪ੍ਰੋਸੈਸਿੰਗ ਸਿਸਟਮ, ਮਤਲਬ ਇੱਕ ਤਰ੍ਹਾਂ ਦਾ ਜੋ ਕੰਮ ਹੈ ਉਸ ਨੂੰ ਇਕੱਠਿਆ ਇਨਪੁਟ ਕਰ ਦਿੱਤਾ ਜਾਂਦਾ ਸੀ। ਪ੍ਰੋਗਰਾਮਰ ਆਪਣੇ ਪ੍ਰੋਗਰਾਮ ਨੂੰ ਆਪਰੇਟਿੰਗ ਸਿਸਟਮ ਕੋਲ ਛੱਡ ਦਿੰਦੇ ਸਨ ਅਤੇ ਆਪਰੇਟਰ ਇਹਨਾਂ ਨੂੰ ਇੱਕ ਹੀ ਕਿਸਮ ਦੇ ਪ੍ਰੋਗਰਾਮ ਅਨੁਸਾਰ ਛਾਂਟ ਕੇ ਬੈਚ ਵਿੱਚ ਵੰਡ ਦਿੰਦੇ ਸਨ। ਬੈਚ ਸਿਸਟਮ ਦੀਆਂ ਹੇਠ ਲਿਖੀਆਂ ਮੁਸ਼ਕਲਾਂ ਕਿਹੜੀਆਂ ਸਨ? ਯੂਜ਼ਰ ਅਤੇ ਕੰਮ ਵਿੱਚ ਆਪਸੀ ਤਾਲਮੇਲ ਨਹੀਂ ਸੀ, ਬਹੁਤ ਘੱਟ ਸੀ। ਮਕੈਨੀਕਲ ਇਨਪੁਟ ਆਉਟਪੁੱਟ ਯੰਤਰਾਂ ਵਿੱਚ ਰਫ਼ਤਾਰ CPU ਨਾਲੋਂ ਘੱਟ ਸੀ। ਜ਼ਰੂਰਤ ਅਨੁਸਾਰ ਤਰਜੀਹ ਦੇਣਾ ਮੁਸ਼ਕਿਲ ਹੁੰਦਾ ਸੀ। ਜੇ ਕੁਝ ਪ੍ਰੋਬਲਮ ਆਉਂਦੀ ਸੀ ਜਾਂ ਇਨਪੁਟ ਆਉਟਪੁੱਟ ਦੇ ਦੇਣਾ ਸੀ ਉਹ ਤਾਂ ਨਹੀਂ ਹੁੰਦਾ ਸੀ। ਟਾਈਮ ਸ਼ੇਅਰਿੰਗ ਵਿੱਚ ਅਜਿਹੀ ਤਕਨੀਕ ਹੈ ਜੋ ਕਿ ਵੱਖਰੇ ਟਰਮੀਨਲ ਤੇ ਬੈਠੇ ਲੋਕਾਂ ਨੂੰ ਇੱਕ ਹੀ ਸਮੇਂ ਵਿੱਚ ਖਾਸ ਕੰਪਿਊਟਰ ਸਿਸਟਮ ਨੂੰ ਵਰਤਣ ਦੇ ਯੋਗ ਬਣਾਉਂਦਾ ਹੈ। ਟਾਈਮ ਸ਼ੇਅਰਿੰਗ ਦਾ ਮਲਟੀਟਾਸਕਿੰਗ ਪ੍ਰੋਗਰਾਮਿੰਗ ਦੀ ਲੌਜੀਕਲ ਐਕਸਟੈਂਸ਼ਨ ਹੈ, ਮਤਲਬ ਮਲਟੀਪਲ ਜੌਬਸ ਨੂੰ CPU ਰਾਹੀਂ ਵਿਚਕਾਰ ਸਵਿਚ ਤਕਨੀਕ ਰਾਹੀਂ ਲਾਗੂ ਕੀਤਾ ਹੈ। ਸਵਿਚ ਮਤਲਬ ਇੱਕ ਜੌਬ ਛੱਡ ਕੇ ਦੂਜੀ ਜੌਬ ਨੂੰ ਸਵਿਚ ਆਊਟ ਕਰ ਦੇਣਾ, ਉਹਨੂੰ ਬੰਦ ਕਰਕੇ ਜਾਂ ਉਸ ਨੂੰ ਹੋਲਡ ਕਰਕੇ। ਪਰ ਸਵਿਚ ਤਕਨੀਕ ਬਹੁਤ ਰਫ਼ਤਾਰ ਵਿੱਚ ਹੁੰਦੀ ਹੈ, ਇਸ ਲਈ ਯੂਜ਼ਰ ਬਹੁਤ ਜਲਦੀ ਰਿਸਪੌਂਸ ਪ੍ਰਾਪਤ ਕਰਦਾ ਹੈ। ਕੰਪਿਊਟਰ ਸਿਸਟਮ ਜੋ ਕਿ ਪਹਿਲਾਂ ਬੈਚ ਸਿਸਟਮ ਲਈ ਡਿਜ਼ਾਈਨ ਕੀਤੇ ਗਏ ਸਨ, ਉਹਨਾਂ ਨੂੰ ਟਾਈਮ ਸ਼ੇਅਰਿੰਗ ਸਿਸਟਮ ਲਈ ਮੋਡੀਫਾਈ ਕੀਤਾ ਜਾ ਚੁੱਕਿਆ ਹੈ। ਇਸੇ ਤਰ੍ਹਾਂ ਨਾਲ ਟਾਈਮ ਸ਼ੇਅਰਿੰਗ ਆਪਰੇਟਿੰਗ ਸਿਸਟਮ ਦੀਆਂ ਵਿਸ਼ੇਸ਼ਤਾਵਾਂ ਕੀ ਹਨ? ਜਲਦੀ ਰਿਸਪੌਂਸ ਕਰਦਾ ਹੈ, ਸੌਫਟਵੇਅਰ ਦੀ ਡੁਪਲੀਕੇਸ਼ਨ ਨੂੰ ਰੋਕਦਾ ਹੈ, ਮਤਲਬ ਇੱਕ ਹੀ ਸੌਫਟਵੇਅਰ ਦੁਬਾਰਾ ਇੰਸਟਾਲ ਜਾਂ ਕੰਮ ਨਹੀਂ ਕਰਦਾ। CPU ਨਾਲ ਖਾਲੀ ਸਮਾਂ ਘਟਾਉਂਦਾ ਹੈ। ਟਾਈਮ ਸ਼ੇਅਰਿੰਗ ਸਿਸਟਮ ਦੀਆਂ ਲਿਖੀਆਂ ਹਾਨੀਆਂ ਕੀ ਸਨ, ਕਮੀਆਂ ਕੀ ਸਨ ਉਸ ਦੀਆਂ? ਭਰੋਸੇਯੋਗਤਾ ਦੀ ਸਮੱਸਿਆ, ਯੂਜ਼ਰ ਪ੍ਰੋਗਰਾਮ ਅਤੇ ਡਾਟਾ ਦੀ ਸੁਰੱਖਿਆ ਅਤੇ ਇੰਟੀਗ੍ਰਿਟੀ ਵਿੱਚ ਕਮਜ਼ੋਰੀ ਸੀ। ਡਾਟਾ ਸੰਚਾਰ ਦੀਆਂ ਸਮੱਸਿਆਵਾਂ ਸਨ, ਡਾਟਾ ਸੰਚਾਰ ਔਖਾ ਹੁੰਦਾ ਸੀ। ਇਸੇ ਦੇ ਨਾਲ ਇਸ ਚੈਪਟਰ ਦਾ ਪਹਿਲਾ ਭਾਗ ਖਤਮ ਹੁੰਦਾ ਹੈ। ਇਹ ਚੈਪਟਰ ਬਹੁਤ ਜ਼ਰੂਰੀ ਹੈ ਕਿਉਂਕਿ ਤੁਹਾਡੇ ਆਮ ਜ਼ਿੰਦਗੀ ਦੇ ਵਿੱਚ ਤੁਹਾਡੇ ਕੋਲ ਡਿਵਾਈਸਿਸ ਜੋ ਕਿ ਮੋਬਾਈਲ ਫੋਨ ਅੱਜ ਕੱਲ੍ਹ ਹਨ, ਉਹਨਾਂ ਦੇ ਵਿੱਚ ਆਪਰੇਟਿੰਗ ਸਿਸਟਮ ਕਿਸ ਤਰ੍ਹਾਂ ਨਾਲ ਕੰਮ ਕਰਦਾ ਹੈ ਉਸ ਦੀ ਸਮਝ ਚੰਗੀ ਤਰ੍ਹਾਂ ਆ ਜਾਣੀ ਹੈ। ਇਸ ਵੀਡੀਓ ਨੂੰ ਧਿਆਨ ਨਾਲ ਦੇਖੋ। ਧੰਨਵਾਦ।